ਹਾਂਜੀ ਬੱਚੇ, ਅੱਜ ਆਪਾਂ ਨੈਸ ਬੁਕਲੇਟ ਦੀ ਪ੍ਰੈਕਟਿਸ ਟੈਸਟ ਸੀਰੀਜ਼ 2 ਦੇ ਕੁਐਸਚਨਸ ਡਿਸਕਸ ਕਰ ਰਹੇ ਹਾਂ। ਤਾਂ ਪਹਿਲਾ ਪ੍ਰਸ਼ਨ ਸਾਡੇ ਕੋਲ ਜਿਹੜਾ ਅੱਜ ਹੈ ਉਹ ਹੈ, ਮਨੀਸ਼ ਆਪਣੇ ਪਰਿਵਾਰ ਨਾਲ ਆਪਣੇ ਖੇਤਾਂ ਵਿੱਚੋਂ ਅਣਚਾਹੇ ਪੌਦਿਆਂ ਨੂੰ ਪੁੱਟ ਰਿਹਾ ਹੈ। ਇਹਨਾਂ ਪੌਦਿਆਂ ਨੂੰ ਕੀ ਕਿਹਾ ਜਾਂਦਾ ਹੈ? ਮਨੀਸ਼ is removing unwanted plants from their field with his family. What are these plants called? ਤਾਂ ਸਾਨੂੰ ਪਤਾ ਹੀ ਹੈ, ਜਿਹੜੇ ਅਣਚਾਹੇ ਪੌਦੇ ਫਸਲ ਦੇ ਨਾਲ ਉੱਗੇ ਆਉਂਦੇ ਨੇ ਉਹ ਹੁੰਦੇ ਨੇ ਨਦੀਨ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਵੀਡਸ ਕਹਿ ਦਿੰਦੇ ਆ ਬੇਟਾ। ਸੈਕਿੰਡ ਦੇਖਣਾ, ਅਮਨ ਦੇ ਪਿੰਡ ਦੇ ਕਿਸਾਨ ਅਜੇ ਵੀ ਸਿੰਚਾਈ ਦੇ ਪਰੰਪਰਾਗਤ ਤਰੀਕਿਆਂ ਤੇ ਨਿਰਭਰ ਕਰਦੇ ਹਨ। ਇਹਦਾ ਮਤਲਬ ਇਹ ਹੈ ਵੀ ਉਹ ਸਿੰਚਾਈ ਦੇ ਪੁਰਾਣੇ ਤਰੀਕੇ ਵਰਤ ਰਹੇ ਨੇ। ਅਮਨ ਨੇ ਉਹਨਾਂ ਨੂੰ ਦੱਸਿਆ ਕਿ ਆਧੁਨਿਕ ਤਰੀਕੇ ਵਰਤਣ ਲਈ ਕਿਹਾ ਜਿਸ ਨਾਲ ਪਾਣੀ ਦੀ ਬਚਤ ਹੋਵੇਗੀ। ਅਮਨ ਦੁਆਰਾ ਸੁਝਾਏ ਅਜਿਹੇ ਇੱਕ ਤਰੀਕੇ ਦਾ ਨਾਮ ਦੱਸੋ। ਤਾਂ ਅਮਨ ਸੀ ਜੋ the farmers of the Aman's village are still dependent upon the transitional method of irrigation. ਉਹ ਪੁਰਾਣੀ ਮੈਥਡ ਵਰਤ ਰਹੇ ਨੇ। Aman told them to use modern method of irrigation which will save water. Name one such method suggested by the Aman. ਅਮਨ ਨੇ ਕਿਹੜਾ ਇੱਕ ਮੈਥਡ ਸੁਜੈਸਟ ਕੀਤਾ ਉਹ ਆਪਾਂ ਨੇ ਦੱਸਣਾ ਹੈ। ਤਾਂ ਕੀ ਉਹਨੇ ਡੇਕਲੀ ਮੈਥਡ, ਕੀ ਉਹਨੇ ਸਪ੍ਰਿੰਕਲ ਮੈਥਡ, ਚੇਨ ਪੰਪ ਮੈਥਡ ਜਾਂ ਨਨ ਆਫ ਥੀਸ। ਤੇ ਇਹਦਾ ਆਨਸਰ ਆਏਗਾ ਬੇਟਾ ਸਪ੍ਰਿੰਕਲ ਮੈਥਡ। ਇਹ ਜਿਹੜਾ ਫੁਹਾਰਾ ਪ੍ਰਣਾਲੀ ਆਪਣੇ ਕੋਲ ਹੁੰਦੀ ਹੈ, ਇਹਦੇ ਵਿੱਚ ਪਾਣੀ ਦੀ ਬਚਤ ਹੁੰਦੀ ਹੈ ਇਸ ਤਰੀਕੇ ਨਾਲ ਸਿੰਚਾਈ ਕਰਨ ਨਾਲ। ਤਾਂ ਆਪਾਂ ਇਹਨੂੰ ਦੇਖ ਵੀ ਲੈਨੇ ਆ, ਇਹਦੀ ਤਸਵੀਰ ਆਪਾਂ ਦੇਖ ਲੈਨੇ ਆ। ਤਾਂ ਬੇਟਾ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ, ਇਹ ਆਪਣੇ ਕੋਲ ਦਿਖਾਈ ਗਈ ਹੈ ਸਪ੍ਰਿੰਕਲ ਸਿਸਟਮ ਜਾਂ ਫੁਹਾਰਾ ਪ੍ਰਣਾਲੀ। ਇਹਦੇ ਵਿੱਚ ਆਪਣੇ ਕੋਲ ਨਾ ਲੰਬੇਦਾਰ ਰੂਪ ਦੇ ਵਿੱਚ ਇਹ ਪਾਈਪਸ ਆਪਣੇ ਕੋਲ ਲਗਾ ਦਿੱਤੀਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚੋਂ ਜਿਹੜਾ ਫੁਹਾਰਿਆਂ ਦੇ ਰੂਪ 'ਚ ਜਿਹੜਾ ਹੈ ਪਾਣੀ ਆਪਣੇ ਕੋਲ ਨਿਕਲਦਾ ਹੈ। ਤਾਂ ਹੀ ਇਹਨੂੰ ਫੁਹਾਰਾ ਵਿਧੀ ਆਪਾਂ ਕਹਿੰਦੇ ਆ। ਫੁਹਾਰਾ ਵਿਧੀ ਤਾਂ ਹੀ ਕਹਿੰਦੇ ਆ ਆਪਾਂ ਇਹਨੂੰ। ਤਾਂ ਇਹ ਸੀਗਾ ਆਪਣੇ ਕੋਲ ਫੁਹਾਰਾ ਵਿਧੀ। ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਬੇਟਾ। ਚਿੱਤਰ ਵਿੱਚ ਵਿਖਾਇਆ ਜਾਣ ਵਾਲਾ ਜੀਵ ਪਹਿਚਾਨੋ। ਇਹ ਜਿਹੜਾ ਜੀਵ ਬਣਾਇਆ ਹੈ ਇਹ ਕੀ ਹੈ? ਤਾਂ ਸਾਰਿਆਂ ਨੇ ਆਸਾਨੀ ਨਾਲ ਬੁੱਝ ਲਿਆ ਹੋਵੇਗਾ ਬੇਟਾ। ਇਹ ਕੌਣ ਦਿਖਾਇਆ ਆਪਾਂ ਨੇ? ਅਮੀਬਾ। ਤਾਂ ਇਹ ਕਿਹਦੀ ਚਿੱਤਰ ਬਣਿਆ ਹੋਇਆ ਹੈ? ਅਮੀਬਾ। ਨੈਕਸਟ ਆਪਾਂ ਦੇਖਦੇ ਹਾਂ ਬੇਟਾ, ਪੈਨਸਿਲੀਨ ਦੀ ਖੋਜ ਕਿਸਨੇ ਕੀਤੀ? ਪੈਨਸਿਲੀਨ ਦੀ ਖੋਜ ਜਿਹੜੀ ਕੀਤੀ ਸੀਗੀ, ਇਹ ਇੱਕ ਐਂਟੀਬਾਇਓਟਿਕ ਜਿਹਨੂੰ ਆਪਾਂ ਕਹਿ ਦਿੰਦੇ ਆ ਪ੍ਰਤੀ ਜੈਵਿਕ ਦਵਾਈ ਹੈ। ਇਹਦੀ ਖੋਜ ਆਪਣੇ ਕੋਲ ਕੀਤੀ ਸੀ ਅਲੈਗਜ਼ੈਂਡਰ ਫਲੈਮਿੰਗ ਨੇ। ਯਾਦ ਰੱਖਣਾ ਬੇਟਾ, ਅਲੈਗਜ਼ੈਂਡਰ ਫਲੈਮਿੰਗ। ਹੁਣ ਜਿਹੜੀ ਪੈਨਸਿਲੀਨ ਸੀ ਇਹ ਇੱਕ ਪ੍ਰਤੀਜੈਵਿਕ ਦਵਾਈ ਸੀ। ਪ੍ਰਤੀਜੈਵਿਕ ਦਵਾਈ ਕੀ ਹੁੰਦੀ ਹੈ? ਸੂਖਮ ਜੀਵਾਂ ਤੋਂ ਤਿਆਰ ਕੀਤੀ ਜਾਂਦੀ ਹੈ। ਇਹ ਸੂਖਮ ਜੀਵਾਂ ਤੋਂ ਹੀ ਤਿਆਰ ਕੀਤੀ ਜਾਂਦੀ ਹੈ। ਸੂਖਮ ਜੀਵ ਹੀ ਇਹਦਾ ਸਰੋਤ ਹੁੰਦੇ ਨੇ। ਤੇ ਜਿਹੜੀ ਕੋਈ ਬਿਮਾਰੀ ਕਿਸੇ ਹੋਰ ਸੂਖਮ ਜੀਵ ਨਾਲ ਜਾਂ ਹੋਈ ਹੈ ਤਾਂ ਉਹਦੇ ਵਿੱਚ ਇਹ ਜਾ ਕੇ ਦਵਾਈ ਕੀ ਅਸਰ ਕਰਦੀ ਹੈ? ਕੋਈ ਬਿਮਾਰੀ ਸੂਖਮ ਜੀਵ ਕਾਰਨ ਹੋਈ ਹੈ, ਇਹ ਕੀ ਕਰਦੀ ਹੈ? ਜਾਂ ਤਾਂ ਉਹ ਸੂਖਮ ਜੀਵਾਂ ਨੂੰ ਮਾਰ ਹੀ ਦਿੰਦੀ ਹੈ, ਜਾਂ ਉਹ ਸੂਖਮ ਜੀਵਾਂ ਦਾ ਵਾਧਾ ਰੋਕ ਦਿੰਦੀ ਹੈ। ਤਾਂ ਉਹ ਬਿਮਾਰੀ ਜਿਹੜੀ ਹੈ ਅੱਗੇ ਜਿਹੜੀ ਹੈ ਮਤਲਬ ਕਿ ਆਪਾਂ ਕਹਿੰਦੇ ਆ ਵੱਧਦੀ ਨਹੀਂ, ਤਾਂ ਉਹ ਬਿਮਾਰੀ ਨੂੰ ਇਹ ਕੰਟਰੋਲ ਕਰ ਲੈਂਦੀ ਹੈ। ਜਿਹੜੇ ਐਂਟੀਬਾਇਓਟਿਕਸ ਹੁੰਦੇ ਨੇ ਆਪਾਂ ਕਹਿ ਦਿੰਦੇ ਆ ਐਂਟੀਬਾਇਓਟਿਕ ਕਹਿ ਸਕਦੇ ਹਾਂ ਜਾਂ ਆਪਾਂ ਪ੍ਰਤੀਜੈਵਿਕ ਦਵਾਈਆਂ। ਤਾਂ ਪੈਨਸਿਲੀਨ ਇੱਕ ਪ੍ਰਤੀਜੈਵਿਕ ਦਵਾਈ ਸੀ ਜਿਹਦੀ ਖੋਜ ਅਲੈਗਜ਼ੈਂਡਰ ਫਲੈਮਿੰਗ ਨੇ ਕੀਤੀ। ਤਾਂ ਆਪਾਂ ਪੰਜਵਾਂ ਪ੍ਰਸ਼ਨ ਦੇਖਦੇ ਹਾਂ ਬੇਟਾ ਅਗਲਾ। ਰੀਟਾ ਆਪਣੇ ਸਕੂਲ ਦੇ ਟੂਰ ਤੇ ਜਾ ਰਹੀ ਹੈ। ਉਹ ਉੱਥੇ ਪਰਵਤ ਆਰੋਹਣ ਕਰੇਗੀ। ਉਹ ਆਪਣੇ ਨਾਲ ਡੈਸ਼ ਤੋਂ ਬਣੇ ਰੱਸੇ ਲੈ ਕੇ ਜਾਏਗੀ ਕਿਉਂਕਿ ਇਹ ਬਹੁਤ ਮਜ਼ਬੂਤ ਹੁੰਦੇ ਹਨ। ਦੇਖੋ, ਕੋਈ ਬੱਚਾ ਟੂਰ ਤੇ ਗਿਆ, ਉਹ ਪਰਵਤ ਆਰੋਹਣ ਕਰਨਾ ਚਾਹੁੰਦਾ ਹੈ। ਪਰਵਤ ਆਰੋਹਣ ਦਾ ਮਤਲਬ ਪਹਾੜ ਤੇ ਚੜ੍ਹਨਾ ਚਾਹੁੰਦਾ ਹੈ। ਤਾਂ ਉਹ ਆਪਣੀ ਨਾਲ ਜਿਹੜੇ ਰੱਸੇ ਲੈ ਕੇ ਜਾਏਗੀ, ਉਹ ਕਿਹੜਾ ਰੱਸਾ ਲੈ ਕੇ ਜਾਏਗੀ ਇਹਨਾਂ ਦੇ ਵਿੱਚੋਂ? ਕਿਉਂਕਿ ਰੱਸਾ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਡਿੱਗ ਨਾ ਜਾਵੇ, ਸੱਟ ਨਾ ਲੱਗ ਜੇ। ਤਾਂ ਆਪਾਂ ਨੂੰ ਪਤਾ ਹੈ ਵੀ ਕਿਹੜੇ ਰੇਸ਼ੇ, ਤੁਹਾਨੂੰ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੈ। ਤਾਂ ਕਿਹੜੇ ਰੇਸ਼ੇ ਜ਼ਿਆਦਾ ਮਜ਼ਬੂਤ ਹੁੰਦੇ ਨੇ? ਨਾਈਲੋਨ ਦੇ। ਪੈਰਾਸ਼ੂਟ ਵਗੈਰਾ ਜੋ ਹੁੰਦੇ ਨੇ ਉਹਦੇ ਵਿੱਚ ਵੀ ਜਿਹੜੀਆਂ ਰੱਸੀਆਂ ਹੁੰਦੀਆਂ ਨੇ ਉਹ ਨਾਈਲੋਨ ਦੀਆਂ ਹੀ ਬਣੀਆਂ ਹੁੰਦੀਆਂ ਨੇ। ਤੇ ਇਹਦਾ ਆਨਸਰ ਆ ਜਾਏਗਾ ਨਾਈਲੋਨ। ਅਗਲਾ ਕੁਐਸਚਨ ਦੇਖਾਂਗੇ ਬੇਟਾ। ਗੌਰਵ ਨੇ ਇੱਕ ਬੀਕਰ ਵਿੱਚ ਕਾਪਰ ਸਲਫੇਟ ਦੇ ਘੋਲ ਵਿੱਚ ਲੋਹੇ ਦੀ ਕਿੱਲ ਪਾਈ। ਇਹ ਪ੍ਰੈਕਟਿਸ ਸ਼ੀਟ 1 ਦੇ ਵਿੱਚ ਵੀ ਕੁਐਸਚਨ ਆਇਆ ਸੀ ਆਪਣੇ ਕੋਲ, ਇਹਦੇ ਨਾਲ ਮਿਲਦਾ ਝੁਲਦਾ। ਕੁਝ ਸਮੇਂ ਬਾਅਦ ਘੋਲ ਦਾ ਰੰਗ ਨੀਲੇ ਤੋਂ ਕੀ ਹੋ ਗਿਆ? ਹਰਾ ਹੋ ਗਿਆ। ਇਹ ਕਿਹੜੀ ਕਿਰਿਆ ਹੈ ਬੇਟਾ? ਇਹ ਜਿਹੜੀ ਕਿਰਿਆ ਹੈ ਇਹ ਵਿਸਥਾਪਨ ਕਿਰਿਆ ਹੈ। ਇਹ ਵਿਸਥਾਪਨ ਕਿਰਿਆ। ਆਪਾਂ ਥੋੜੀ ਜਿਹੀ ਇਹਦੀ ਡਾਇਗਰਾਮ ਦੁਬਾਰਾ ਦੇਖਦੇ ਹਾਂ। ਹਾਲਾਂਕਿ ਪ੍ਰੈਕਟਿਸ ਸ਼ੀਟ 1 ਦੇ ਵਿੱਚ ਵੀ ਆਪਾਂ ਇਹਦੀ ਮਤਲਬ ਕਿ ਪਿਕ ਦੇਖੀ ਸੀ, ਆਪਾਂ ਦੁਬਾਰੇ ਦੇਖਦੇ ਹਾਂ ਬੇਟਾ। ਤਾਂ ਜੇ ਹੁਣ ਆਪਾਂ ਦੇਖੀਏ, ਇੱਥੇ ਆਪਣੇ ਕੋਲ ਆ ਕਾਪਰ ਸਲਫੇਟ ਸੀਗਾ, ਕਾਪਰ ਸਲਫੇਟ ਦਾ ਘੋਲ। ਇਹਦੇ ਵਿੱਚ ਲੋਹੇ ਦੀ ਮੇਖ ਆਪਾਂ ਰੱਖੀ ਸੀ। ਕੁਝ ਸਮੇਂ ਬਾਅਦ ਦੇਖਦੇ ਹਾਂ, ਘੰਟੇ ਕੁ ਬਾਅਦ ਆਪਣੇ ਕੋਲ ਇਹਦਾ ਰੰਗ ਹਰਾ ਹੋ ਜਾਂਦਾ ਹੈ। ਆਪਾਂ ਨੂੰ ਪਤਾ ਹੀ ਹੈ। ਤਾਂ ਹਰਾ ਕਿਉਂ ਹੋ ਜਾਂਦਾ ਹੈ?
ਇਹਦਾ ਰੰਗ ਜੋ ਸਾਡੇ ਕੋਲ ਹੈ ਉਹ ਹਰਾ ਹੋ ਜਾਂਦਾ ਹੈ ਤੇ ਇਸ ਮੇਖ ਦੇ ਉੱਪਰ ਆਪਣੇ ਕੋਲ ਭੂਰਾ ਰੰਗ ਦੀ ਪਰਤ ਚੜ ਜਾਂਦੀ ਹੈ, ਕਾਪਰ ਚੜ ਜਾਂਦਾ ਹੈ। ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਪ੍ਰੈਕਟਿਸ ਸ਼ੀਟ 1 ਦੇ ਵਿੱਚ। ਇਹਦੀ ਜੇ ਸਮੀਕਰਨ ਲਿਖਾਂ ਮੈਂ ਇਸ ਰਿਐਕਸ਼ਨ ਦੀ, ਧਿਆਨ ਨਾਲ ਦੇਖਣਾ ਹੈ। ਆਇਰਨ ਲੋਹਾ, ਲੋਹੇ ਦੀ ਮੇਖ ਪਾਈ ਹੈ, ਕੀ ਚ ਪਾਈ ਹੈ? ਕਾਪਰ ਸਲਫੇਟ ਚ। ਤਾਂ ਲੋਹਾ ਕੀ ਕਰਦਾ ਹੈ? ਕਾਪਰ ਨੂੰ ਕਾਪਰ ਸਲਫੇਟ ਵਿੱਚੋਂ ਬਾਹਰ ਕੱਢ ਦਿੰਦਾ ਹੈ। ਲੋਹੇ ਨੇ ਕਾਪਰ ਸਲਫੇਟ ਵਿੱਚੋਂ ਕਾਪਰ ਨੂੰ ਬਾਹਰ ਕੱਢਤਾ, ਇਹ ਬਣ ਗਿਆ FeSO4 FeSO4 ਪਲਸ ਕਾਪਰ। FeSO4 ਪਲਸ ਕਾਪਰ ਆਪਣੇ ਕੋਲ ਬਣ ਗਿਆ। ਤਾਂ ਜਿਹੜਾ ਇਹ FeSO4 ਬਣਿਆ ਇਹ ਆਪਣੇ ਕੋਲ ਹਰੇ ਰੰਗ ਦਾ ਬਣਿਆ। ਕਿਹੜੇ ਰੰਗ ਦਾ ਬਣਿਆ? ਹਰੇ ਰੰਗ ਦਾ। ਪਹਿਲਾ ਜਿਹੜਾ ਕਾਪਰ ਸਲਫੇਟ ਸੀ ਕਿਹੜੇ ਰੰਗ ਦਾ ਸੀ? ਨੀਲੇ ਰੰਗ ਦਾ। ਤੁਸੀਂ ਇੱਥੇ ਦੇਖ ਵੀ ਰਹੇ ਹੋ। ਤਾਂ ਇਹਦੇ ਵਿੱਚ ਕੀ ਹੋਇਆ ਜੇ ਧਿਆਨ ਨਾਲ ਦੇਖੀਏ, ਲੋਹੇ ਨੇ ਜਾ ਕੇ, ਜਿਹਨੂੰ ਦੇਖੀਏ ਅਸੀਂ, ਲੋਹੇ ਨੇ ਜਾ ਕੇ ਕਾਪਰ ਨੂੰ ਵਿਸਥਾਪਿਤ ਕਰਤਾ। ਲੋਹਾ ਜਾ ਕੇ ਕਾਪਰ ਦੀ ਥਾਂ ਤੇ ਆਪ ਜਾ ਕੇ ਲੱਗ ਗਿਆ। ਲੋਹਾ ਕਾਪਰ ਦੀ ਥਾਂ ਤੇ ਆਪ ਜਾ ਕੇ ਫਿੱਟ ਹੋ ਗਿਆ, ਕਾਪਰ ਨੂੰ ਬਾਹਰ ਕੱਢਤਾ, ਕਾਪਰ ਨੂੰ ਡਿਸਪਲੇਸ ਕਰਤਾ, ਕਾਪਰ ਦਾ ਵਿਸਥਾਪਨ ਕਰਤਾ। ਇਸ ਕਰਕੇ ਕਹਿੰਦੇ ਆ ਆਪਾਂ ਇਸ ਕਿਰਿਆ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਡਿਸਪਲੇਸਮੈਂਟ ਰਿਐਕਸ਼ਨ। ਤੇ 7th ਕੁਐਸਚਨ ਦਾ ਜਵਾਬ ਦਿਓ ਤੁਸੀਂ। ਬਲਜੀਤ ਨੇ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਇੱਕ ਅਜਿਹੀ ਧਾਤ ਹੈ ਜੋ ਕਮਰੇ ਦੇ ਤਾਪਮਾਨ ਤੇ ਦਰਵ ਹੈ। ਇਹ ਧਾਤ ਕਿਹੜੀ ਹੈ? ਬੜਾ ਇੰਟਰਸਟਿੰਗ ਕੁਐਸਚਨ ਹੈ। ਦੱਸੋ ਕਿਹੜੀ ਧਾਤ ਹੈ ਜਿਹੜੀ ਕਮਰੇ ਦੇ ਤਾਪਮਾਨ ਤੇ ਤਰਲ ਹੁੰਦੀ ਹੈ? ਦੱਸੋ ਬੇਟਾ। ਗੋਲਡ, ਐਲੂਮੀਨੀਅਮ, ਮਰਕਰੀ, ਆਇਰਨ। ਮੈਂ ਤੁਹਾਨੂੰ ਹਿੰਟ ਦੇ ਦੇਣਾ, ਹਿੰਟ ਦੇ ਦੇਣਾ ਜੀ ਮੈਂ। ਕਿਹੜੀ ਧਾਤ ਹੈ ਜਿਹੜੀ ਤਰਲ ਅਵਸਥਾ 'ਚ ਹੁੰਦੀ ਹੈ? ਉਹ ਥਰਮਾਮੀਟਰ ਦੇ ਵਿੱਚ ਭਰੀ ਹੁੰਦੀ ਹੈ। ਥਰਮਾਮੀਟਰ ਦੇ ਵਿੱਚ, ਥਰਮਾਮੀਟਰ ਦਿਖਾ ਰਹੇ ਹਾਂ ਤੁਹਾਨੂੰ, ਹਨਾ। ਇਹਦੇ ਵਿੱਚ ਜਿਹੜੀ ਧਾਤ ਭਰੀ ਹੁੰਦੀ ਹੈ ਥਰਮਾਮੀਟਰ ਦੇ ਵਿੱਚ, ਉਹ ਦੱਸਣੀ ਹੈ ਤੁਸੀਂ। ਹਾਂ ਜੀ, ਬਿਲਕੁਲ ਠੀਕ ਸੋਚਿਆ ਤੁਸੀਂ। ਤਾਂ ਇਹਦਾ ਆਨਸਰ ਕੀ ਹੈ? ਪਾਰਾ, ਜਿਹਨੂੰ ਅਸੀਂ ਮਰਕਰੀ ਵੀ ਕਹਿ ਦਿੰਦੇ ਆ। ਤਾਂ ਅਸੀਂ ਪ੍ਰਸ਼ਨ ਤੇ ਪਹੁੰਚਦੇ ਹਾਂ ਬੇਟਾ। 7th ਪ੍ਰਸ਼ਨ ਜੋ ਸਾਡੇ ਕੋਲ ਸੀ, ਤਾਂ ਇਹਦਾ ਉੱਤਰ ਆ ਜਾਏਗਾ ਸਾਡੇ ਕੋਲ ਮਰਕਰੀ। 8th ਕੁਐਸਚਨ ਦੇਖਦੇ ਹਾਂ ਅਸੀਂ। ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਪੈਟਰੋਲੀਅਮ ਦੀ ਉਪਜ, ਕਿਹੜੀ ਉਪਜ? ਵਿਟਾਮਿਨ ਡੈਸ਼ ਬਣਾਉਣ ਦੇ ਕੰਮ ਆਉਂਦੀ ਹੈ। ਜਿਹੜੀ ਪੈਟਰੋਲੀਅਮ ਦੀ ਉਪਜ ਵਿਟਾਮਿਨ ਹੈ, ਪੈਟਰੋਲੀਅਮ ਦੀ ਕਈ ਉਪਜਾਂ ਆਪਣੇ ਕੋਲ ਅਲੱਗ-ਅਲੱਗ ਕੰਮ ਆਉਂਦੀਆਂ ਨੇ। ਤਾਂ ਵਿਟਾਮਿਨ ਜਿਹੜੀ ਹੈ ਉਹ ਕੀ ਬਣਾਉਣ ਦੇ ਕੰਮ ਆਉਂਦੀ ਹੈ? ਤੁਸੀਂ ਆਪਣੀ ਬੁੱਕ ਦੇ ਵਿੱਚ, ਕੋਲਾ ਤੇ ਪੈਟਰੋਲ ਵਾਲੀ ਬੁੱਕ ਦੇ ਵਿੱਚ ਇੱਕ ਚਾਰਟ ਬਣਿਆ ਜਿਹਦੇ ਵਿੱਚ ਪੈਟਰੋਲੀਅਮ ਦੀਆਂ ਸਾਰੀਆਂ ਉਪਜਾਂ ਲਿਖੀਆਂ ਹੋਈਆਂ। ਉਹਦੇ ਵਿੱਚ ਆਪਾਂ ਨੂੰ ਉਹਨਾਂ ਦੇ ਕੀ ਕੀ ਉਪਯੋਗ ਨੇ, ਕਿੱਥੇ ਕਿੱਥੇ ਉਹ ਵਰਤੀਆਂ ਜਾਂਦੀਆਂ, ਉਹ ਵੀ ਲਿਖੀਆਂ ਹੋਈਆਂ। ਉਹ ਸਾਰਾ ਚਾਰਟ ਆਪਣੇ ਲਈ ਬਹੁਤ ਇੰਪੋਰਟੈਂਟ ਹੈ। ਉਹਨੂੰ ਸਾਰੇ ਨੂੰ ਤੁਸੀਂ ਚੰਗੀ ਤਰ੍ਹਾਂ ਧਿਆਨ ਨਾਲ ਪੜ੍ਹ ਲੈਣਾ। ਤਾਂ ਵਿਟਾਮਿਨ ਜਿਹੜੀ ਹੈ ਪੈਟਰੋਲੀਅਮ ਤੋਂ ਹੀ ਪ੍ਰਾਪਤ ਕੀਤੀ ਜਾਂਦੀ ਹੈ। ਪਹਿਲੀ ਗੱਲ ਵਿਟਾਮਿਨ, ਤੇ ਕੀ ਬਣਾਉਣ ਦੇ ਕੰਮ ਆਉਂਦੀ ਹੈ? ਸੜਕਾਂ। ਕੀ ਬਣਾਉਣ ਦੇ ਕੰਮ ਆਉਂਦੀ ਬੇਟਾ? ਇਹ ਸੜਕਾਂ। ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਜੀ, 9th ਕੁਐਸਚਨ। ਅਧਿਆਪਕ ਨੇ ਕਲਾਸ ਵਿੱਚ ਪੁੱਛਿਆ ਕਿ ਕੱਚੇ ਤੇਲ ਦੇ ਖੂਹ ਭਾਰਤ ਦੇ ਕਿਸ ਰਾਜ ਵਿੱਚ ਹਨ ਜੋ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਹਰ ਜਗ੍ਹਾ ਵਰਤਿਆ ਜਾਂਦਾ ਹੈ? ਕੱਚਾ ਤੇਲ ਜਿਹੜਾ ਹੈ ਉਹ ਭਾਰਤ 'ਚ ਕਿੱਥੇ ਕਿੱਥੇ, ਕਿਹੜੇ ਰਾਜ 'ਚ ਮਿਲਦਾ ਹੈ? ਤਾਂ ਇਹ ਬੇਟਾ ਹੈ ਗੁਜਰਾਤ 'ਚ, ਅਸਾਮ 'ਚ ਤੇ ਬੰਬੇਹਾਈ 'ਚ। ਗੁਜਰਾਤ, ਅਸਾਮ ਤੇ ਬੰਬੇਹਾਈ। 10th ਕੁਐਸਚਨ ਜੇ ਆਪਾਂ ਦੇਖੀਏ, ਸੀਮਾ ਨੇ ਰੀਨਾ ਤੋਂ ਪੁੱਛਿਆ ਮੌਜੂਦਾ ਸਮੇਂ ਵਿੱਚ ਰਸੋਈ ਲਈ ਸਭ ਤੋਂ ਵਧੀਆ ਬਾਲਣ ਕਿਹੜਾ ਹੈ? ਰਸੋਈ ਦੇ ਲਈ ਸਭ ਤੋਂ ਵਧੀਆ ਬਾਲਣ ਸਾਡੇ ਕੋਲ ਕਿਹੜਾ ਹੈ? ਰਸੋਈ 'ਚ ਅਸੀਂ ਕਿਹੜਾ ਬਾਲਣ ਵਰਤਦੇ ਹਾਂ? ਸਾਰਿਆਂ ਨੂੰ ਹੀ ਪਤਾ ਹੈ, LPG। ਰਸੋਈ 'ਚ LPG, ਕੋਲਾ, ਮਿੱਟੀ ਦਾ ਤੇਲ, ਪੈਟਰੋਲ। ਤਾਂ ਸਭ ਤੋਂ ਵਧੀਆ ਕਿਹੜਾ ਬਾਲਣ ਆ ਗਿਆ? LPG। ਅੱਛਾ, LPG ਦੀ ਤੁਸੀਂ ਫੁੱਲ ਫਾਰਮ ਦੱਸ ਸਕਦੇ ਹੋ? ਲਿਕੁਇਫਾਈਡ ਪੈਟਰੋਲੀਅਮ ਗੈਸ। ਜੇ ਆਪਾਂ ਪੰਜਾਬੀ 'ਚ ਕਹਿ ਲਈਏ ਦ੍ਰਵਿਤ ਪੈਟਰੋਲੀਅਮ ਗੈਸ। 11ਵਾਂ ਕੁਐਸਚਨ ਦੇਖਦੇ ਹਾਂ ਬੱਚੇ ਆਪਾਂ। ਪੰਚਮੜੀ ਜੀ ਮੰਡਲ ਰਿਜ਼ਰਵ ਵਿੱਚ ਖਾਸ ਤੌਰ ਤੇ ਪਾਏ ਜਾਣ ਵਾਲੇ 2 ਸਥਾਨਕ ਪੌਦਾ ਪ੍ਰਜਾਤੀਆਂ ਦੇ ਨਾਂ ਦੱਸੋ। ਮੈਨੂੰ ਇਹ ਦੱਸੋ ਵੀ ਪੰਚਮੜੀ ਜੀ ਮੰਡਲ ਰਿਜ਼ਰਵ ਚ ਕਿਹੜੇ ਕਿਹੜੇ ਮਤਲਬ ਕਿ ਪੌਦਾ ਪ੍ਰਜਾਤੀਆਂ ਪਾਈਆਂ ਜਾਂਦੀਆਂ। ਦੇਖੋ ਪਹਿਲਾਂ ਤਾਂ ਪ੍ਰੈਕਟਿਸ ਸ਼ੀਟ 1 ਚ ਹੀ ਕੁਐਸਚਨ ਆਇਆ ਸੀ ਵੀ ਪੰਚਮੜੀ ਜੀ ਮੰਡਲ ਰਿਜ਼ਰਵ ਕਿੱਥੇ ਹੈ, ਕਿਹੜੇ ਰਾਜ ਚ ਹੈ? ਤਾਂ ਮੱਧ ਪ੍ਰਦੇਸ਼ ਚ ਹੈ। ਇਹ ਤਾਂ ਤੁਹਾਨੂੰ ਯਾਦ ਹੀ ਹੋ ਗਿਆ। ਤਾਂ ਇਹਦੇ ਵਿੱਚ ਕੀ ਕੀ? ਸਾਲ ਤੇ ਸਾਗਵਾਨ। ਹਾਂਜੀ, ਇਹ ਵੀ ਉੱਥੇ ਮਿਲਦੇ ਆ, ਬਿਲਕੁਲ ਠੀਕ ਹੈ। ਅੰਬ, ਜਾਮਨ, ਸਿਲਵਰ ਫਰਨ ਤੇ ਅਰਜਨ, ਇਹ ਸਾਰੇ ਆ ਜਾਣਗੇ ਪੁੱਤਰ। ਤਾਂ ਇਹਦੇ ਵਿੱਚ ਇਹਦਾ ਆਨਸਰ ਹੈ ਅਪਰੋਕਤ ਸਾਰੇ। ਅਪਰੋਕਤ ਸਾਰੇ। ਤਾਂ ਆਪਾਂ 12ਵਾਂ ਪ੍ਰਸ਼ਨ ਦੇਖਦੇ ਹਾਂ। ਖਤਰੇ ਦੀ ਕਗਾਰ ਤੇ ਪਹੁੰਚ ਚੁੱਕੀਆਂ ਪ੍ਰਜਾਤੀਆਂ ਦਾ ਰਿਕਾਰਡ ਕਿਸ ਕਿਤਾਬ ਵਿੱਚ ਰੱਖਿਆ ਜਾਂਦਾ ਹੈ? ਦੇਖੋ ਜਿਹੜੀਆਂ ਪ੍ਰਜਾਤੀਆਂ ਨਾ ਖਤਮ ਹੋਣ ਵਾਲੀਆਂ ਨੇ ਕੋਈ ਜੀਵਾਂ ਦੀਆਂ, ਜਿਹਦਾ ਐ ਵੀ ਇਹ ਫਿਊਚਰ 'ਚ ਜਾ ਕੇ ਭਵਿੱਖ 'ਚ ਖਤਮ ਨਾ ਹੋ ਜਾਣਾ, ਤਾਂ ਉਹਨਾਂ ਦਾ ਰਿਕਾਰਡ ਰੱਖਿਆ ਜਾਂਦਾ ਇੱਕ ਕਿਤਾਬ ਦੇ ਵਿੱਚ। ਉਹਨੂੰ ਕਹਿੰਦੇ ਆ ਅਸੀਂ ਰੈੱਡ ਡਾਟਾ ਬੁੱਕ।
ਰੈੱਡ ਡਾਟਾ ਬੁੱਕ। ਅਸੀਂ 13ਵਾਂ ਪ੍ਰਸ਼ਨ ਦੇਖਦੇ ਹਾਂ, ਪੱਤਿਆਂ ਦਾ ਹਰਾ ਰੰਗ ਕਿਸ ਵਰਣਕ ਦੇ ਕਾਰਨ ਹੁੰਦਾ ਹੈ। ਹੁਣ ਆਪਾਂ ਨੂੰ ਪਤਾ ਹੀ ਹੈ ਹਰਾ ਰੰਗ ਕਿਹਦੇ ਕਾਰਨ ਹੁੰਦਾ ਹੈ, ਕਲੋਰੋਫਿਲ ਦੇ ਕਾਰਨ। ਕਿਹਦੇ ਕਾਰਨ? ਕਲੋਰੋਫਿਲ ਦੇ ਕਾਰਨ। ਅਸੀਂ 14 ਕੁਐਸਚਨ ਦੇਖਦੇ ਹਾਂ। 14th ਅਧਿਆਪਕ ਨੇ ਜਮਾਤ ਵਿੱਚ ਅੱਜ ਕਾਇਆ ਪਰਿਵਰਤਨ ਬਾਰੇ ਦੱਸਿਆ, ਮੈਟਾਮੋਰਫੋਸਿਸ ਆਪਾਂ ਕਹਿੰਦੇ ਆ। ਇਹ ਕਿਰਿਆ ਕਿਸ ਜੀਵ ਵਿੱਚ ਹੁੰਦੀ ਹੈ? ਤੁਸੀਂ ਮਤਲਬ ਕਿ ਡਾਇਗਰਾਮ ਵੀ ਕਾਇਆ ਪਰਿਵਰਤਨ ਦੀ ਆਪਣੀ ਬੁੱਕ 'ਚ ਬਣੀ ਹੋਈ ਹੈ, ਤਾਂ ਇਹ ਡੱਡੂ ਦੇ ਵਿੱਚ ਹੁੰਦੀ ਹੈ। ਕਾਇਆ ਪਰਿਵਰਤਨ ਹੁੰਦਾ ਵੀ ਟੈਡਪੋਲ ਪਰੋੜ ਦੇ ਵਿੱਚ ਵਿਕਸਿਤ ਹੁੰਦਾ ਹੈ। ਜਿਹੜਾ ਟੈਡਪੋਲ ਹੈ ਉਹ ਪਰੋੜ ਦੇ ਵਿੱਚ ਵਿਕਸਿਤ ਹੁੰਦਾ ਹੈ, ਇਹਨੂੰ ਕਹਿੰਦੇ ਆ ਕਾਇਆ ਪਰਿਵਰਤਨ। ਇਹਦੀ ਜੋ ਮਤਲਬ ਕਿ ਡਾਇਗਰਾਮ ਹੈ ਉਹ ਬਣੀ ਹੋਈ ਹੈ ਆਪਣੀ ਬੁੱਕ ਦੇ ਵਿੱਚ, ਆਪਾਂ ਦੇਖ ਲੈਂਦੇ ਹਾਂ ਦੁਬਾਰਾ। ਇੱਥੇ ਬੁੱਕ 'ਚ ਵੀ ਜ਼ਰੂਰ ਦੇਖਣਾ ਤੁਸੀਂ ਦੁਬਾਰਾ ਤੋਂ। ਤਾਂ ਆਹ ਡਾਇਗਰਾਮ ਸਾਡੇ ਕੋਲ ਹੈ, ਜਿਹਦੇ ਵਿੱਚ ਆ ਐਗ, ਸਭ ਤੋਂ ਪਹਿਲਾਂ ਐਗ ਹੈ ਸਾਡੇ ਕੋਲ। ਐਗ ਤੋਂ ਬਾਅਦ ਵਿਕਸਿਤ ਹੋ ਕੇ ਐਗ ਟੈਡਪੋਲ ਬਣ ਜਾਂਦਾ ਹੈ, ਫਿਰ ਟੈਡਪੋਲ ਵਿਕਸਿਤ ਹੋ ਜਾਂਦਾ ਹੈ, ਫਿਰ ਟੈਡਪੋਲ ਆਪਣੇ ਕੋਲ ਪ੍ਰੋੜ ਅਵਸਥਾ ਦੇ ਵਿੱਚ ਜਿਹੜਾ ਹੈ, ਪ੍ਰੋੜ ਅਵਸਥਾ ਦੇ ਵਿੱਚ ਵਿਕਸਿਤ ਹੋ ਜਾਂਦਾ ਹੈ ਡੱਡੂ ਜੋ ਹੈ। ਤਾਂ ਇਹਨੂੰ ਕਹਿੰਦੇ ਆ ਟੈਡਪੋਲ ਦਾ ਪ੍ਰੋੜ ਅਵਸਥਾ ਵਿੱਚ ਵਿਕਸਿਤ ਹੋ ਜਾਣਾ, ਇਹਨੂੰ ਅਸੀਂ ਕਹਿੰਦੇ ਆ, ਅਸੀਂ ਕੀ ਕਹਿੰਦੇ ਆ, ਅਸੀਂ ਕਾਇਆ ਪਰਿਵਰਤਨ। ਤਾਂ ਅਸੀਂ ਆਪਣੇ ਅਗਲੇ ਕੁਐਸਚਨ ਦੇ ਉੱਤੇ ਆਨੇ ਆ ਬੇਟਾ ਜੀ। ਕੁਐਸਚਨ ਨੰਬਰ 15, ਚਿੱਤਰ ਵਿੱਚ ਦਿਖਾਇਆ ਗਿਆ ਜੀਵ ਪਹਿਚਾਨੋ। ਇਹ ਕਿਹੜਾ ਜੀਵ ਹੈ ਬੇਟਾ? ਇਹ ਆਪਣੇ ਕੋਲ ਹਾਈਡਰਾ ਹੈ, ਹਾਈਡਰਾ। ਹਾਈਡਰਾ ਦੇ ਵਿੱਚ ਕੀ ਹੁੰਦੀ ਆ? ਦੇਖੋ ਬਡਿੰਗ ਹੋ ਰਹੀ ਹੈ, ਇੱਥੇ ਸਾਈਡ ਤੇ ਬੱਡ ਤੋਂ ਹੀ ਨਵਾਂ ਜੀਵ ਵਿਕਸਿਤ ਹੋ ਜਾਊਗਾ, ਇਹਨੂੰ ਕਹਿੰਦੇ ਆ ਅਸੀਂ ਬਡਿੰਗ। ਅਸੀਂ 16ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ, ਮਨੁੱਖੀ ਸੈੱਲ ਵਿੱਚ ਗੁਣਸੂਤਰਾਂ ਦੇ ਜੋੜੇ ਕਿੰਨੇ ਹੁੰਦੇ ਹਨ? 23 ਜੋੜੇ ਜੀ। ਮਨੁੱਖੀ ਸੈੱਲ ਵਿੱਚ ਕਿੰਨੇ ਜੋੜੇ ਗੁਣਸੂਤਰਾਂ ਦੇ ਹੁੰਦੇ ਹਨ? 23 ਜੋੜੇ। 17ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ ਅਸੀਂ, ਗੋਪੀ ਤੇ ਰਾਘਵ ਦੋਏ ਇੱਕ ਦੂਜੇ ਨੂੰ ਬਰਾਬਰ ਵੱਲ ਨਾਲ ਉਲਟ ਦਿਸ਼ਾ ਵਿੱਚ ਖਿੱਚ ਰਹੇ ਹਨ। ਗੋਪੀ ਇਧਰ ਨੂੰ ਬਲ ਲਗਾ ਰਿਹਾ ਹੈ ਤੇ ਰਾਘਵ ਇਧਰ ਨੂੰ ਬਲ ਲਗਾ ਰਿਹਾ ਹੈ, ਉਲਟ ਦਿਸ਼ਾ ਵਿੱਚ ਖਿੱਚ ਰਹੇ ਨੇ ਇੱਕ ਦੂਜੇ ਨੂੰ। ਉਹਨਾਂ ਦੁਆਰਾ ਲਗਾਇਆ ਗਿਆ ਕੁੱਲ ਬਲ, ਦੇਖੋ ਉਹ ਉਧਰ ਖਿੱਚ ਰਿਹਾ, ਉਧਰ ਖਿੱਚ ਰਿਹਾ, ਤਾਂ ਕੁੱਲ ਬਲ ਕਿੰਨਾ ਹੋ ਜਾਏਗਾ? ਆਪਣੇ ਕੋਲ 0 ਹੋ ਜਾਏਗਾ ਜੀ। ਬੜਾ ਹੀ ਆਸਾਨ ਕੁਐਸਚਨ ਸੀ। 18ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ ਅਸੀਂ, ਰਾਹੁਲ ਨੇ ਜਦੋਂ ਦੋ ਸਟ੍ਰੋ ਲਏ, ਉਹਨਾਂ ਨੂੰ ਬਾਲਾਂ ਨਾਲ ਰਗੜ ਕੇ ਇੱਕ ਦੂਜੇ ਦੇ ਕੋਲ ਲਿਆਂਦਾ, ਤਾਂ ਦੋਨਾਂ ਵਿਚਕਾਰ ਕੀ ਹੁੰਦਾ ਹੈ? ਅਪਕਰਸ਼ਣ। ਦੋਏ ਇੱਕ ਦੂਜੇ ਤੋਂ ਦੂਰ ਦੂਰ ਜਾਂਦੇ ਨੇ ਬੇਟਾ। ਦੋ ਸਟ੍ਰੋ ਲੈ ਲਏ, ਉਹਨਾਂ ਨੂੰ ਸੁੱਕੇ ਬਾਲਾਂ 'ਚ ਰਗੜਿਆ, ਉਹ ਚਾਰਜਿਤ ਹੋ ਗਏ, ਫਿਰ ਉਹ ਇੱਕ ਦੂਜੇ ਤੋਂ ਦੂਰ ਦੂਰ ਜਾਣਗੇ। ਦੂਰ ਦੂਰ ਜਾਣਗੇ ਤਾਂ ਇਹ ਦੱਸਣਾ ਵੀ ਉਹਨਾਂ ਵਿੱਚ ਕਿਹੜਾ ਬਲ ਲੱਗਦਾ ਹੈ। ਹੁਣ ਸਾਨੂੰ ਪਤਾ ਹੀ ਹੈ ਜਦੋਂ ਕੋਈ ਵਸਤੂ ਆਪਾਂ ਰਗੜ ਕੇ ਮਤਲਬ ਕਿ ਚਾਰਜ ਕੀਤੀ ਹੈ ਤਾਂ ਉਹ 'ਚ ਕਿਹੜਾ ਬਲ ਲੱਗਦਾ ਹੈ? ਸਥਿਰ ਬਿਜਲਈ ਬਲ। ਕਿਹੜਾ ਬਲ ਲੱਗਦਾ ਬੇਟਾ? ਸਥਿਰ ਬਿਜਲਈ ਬਲ। 19ਵਾਂ ਪ੍ਰਸ਼ਨ ਦੇਖਦੇ ਹਾਂ ਅਸੀਂ, ਕਾਬਲ ਤੇ ਉਸਦੇ ਦੋਸਤ ਫੁੱਟਬਾਲ ਦਾ ਮੈਚਨ ਦੇਖਣ ਗਏ, ਉੱਥੇ ਖਿਡਾਰੀਆਂ ਦੇ ਕਿੱਲਾਂ ਵਾਲੇ ਬੂਟ ਦੇਖੇ। ਉਹਨਾਂ ਨੇ ਘਰ ਆ ਕੇ ਆਪਣੇ ਵੱਡੇ ਭਰਾ ਤੋਂ ਪੁੱਛਿਆ, ਤਾਂ ਉਸਦੇ ਭਰਾ ਨੇ ਦੱਸਿਆ ਕਿ ਕਿੱਲਾਂ ਵਾਲੇ ਬੂਟ ਖਿਡਾਰੀਆਂ ਨੇ ਕਿਉਂ ਪਾਏ ਹੋਏ ਸੀ? ਖੇਡ ਦੇ ਮੈਦਾਨ ਵਿੱਚ ਪਕੜ ਮਜ਼ਬੂਤ ਕਰਦੇ ਨੇ, ਖੇਡ ਦੇ ਮੈਦਾਨ ਦੇ ਨਾਲ ਕਿੱਲਾਂ ਜਿਹੜੀਆਂ ਹੁੰਦੀਆਂ, ਬਿਲਕੁਲ ਠੀਕ ਹੈ। ਰਗੜ ਵੱਲ ਵਧਾਉਂਦੇ ਨੇ, ਬਿਲਕੁਲ। ਰਗੜ ਜਿਹੜੀ ਹੈ ਧਰਤੀ ਨਾਲ ਵੱਜ ਜਾਂਦੀ ਹੈ ਤਾਂ ਉਹ ਡਿੱਗਦੇ ਨਹੀਂ, ਸਲਿੱਪ ਨਹੀਂ ਕਰਦੇ, ਤਿਲਕਦੇ ਨਹੀਂ। ਤਾਂ ਤੀਜਾ ਪੁਆਇੰਟ ਵੀ ਬਿਲਕੁਲ ਠੀਕ ਹੈ, ਤਿਲਕਣ ਤੋਂ ਬਚਾਉਂਦੇ ਹਨ। ਤਾਂ ਜਿਹੜੇ ਕਿੱਲਾਂ ਵਾਲੇ ਬੂਟ ਨੇ ਬੇਸਿਕਲੀ ਉਹ ਜਿਹੜੇ ਮਤਲਬ ਕਿ ਖਿਡਾਰੀ ਨੇ ਉਹਨਾਂ ਦੀ ਗ੍ਰਿਪਿੰਗ ਜਿਹੜੀ ਹੈ ਗਰਾਊਂਡ ਦੇ ਨਾਲ ਵਾਜੇ, ਉਹ ਜਲਦੀ ਤਿਲਕਣ ਨਾ। ਤਾਂ ਇਹਦਾ ਆਨਸਰ ਆ ਜਾਏਗਾ ਅਪਰੋਕਤ ਸਾਰੇ। ਇਹਦਾ ਆਨਸਰ ਕੀ ਆ ਜਾਏਗਾ? ਅਪਰੋਕਤ ਸਾਰੇ। 20ਵਾਂ ਪ੍ਰਸ਼ਨ ਦੇਖਦੇ ਹਾਂ ਬੇਟਾ, ਹੇਠ ਲਿਖਿਆਂ ਵਿੱਚੋਂ ਡੈਸ਼ ਕੁਚਾਲਕ ਹੈ। ਕੁਚਾਲਕ ਦਾ ਮਤਲਬ ਜਿਹਦੇ ਵਿੱਚੋਂ ਮਤਲਬ ਕਿ ਬਿਜਲੀ ਨਹੀਂ ਲੰਘਦੀ ਹੈ ਨਾ, ਤਾਪ ਨਹੀਂ ਲੰਘਦਾ, ਤਾਂ ਆਪਾਂ ਬਿਜਲੀ ਦਾ ਹੀ ਕੁਚਾਲਕ ਕਰ ਰਹੇ ਹਾਂ ਮੇਨਲੀ। ਤਾਂ ਕੁਚਾਲਕ ਨਹੀਂ ਲੱਗਦੀ ਬਿਜਲੀ ਉਹ ਚੋਂ, ਤਾਂ ਕਿਹੜਾ ਹੋਏਗਾ? ਲੋਹੇ ਚੋਂ ਵੀ ਸੁਚਾਲਕ ਹੈ, ਤਾਂਬਾ ਵੀ ਸੁਚਾਲਕ ਹੈ, ਨਿੰਬੂ ਦਾ ਰਸ ਵੀ ਸੁਚਾਲਕ ਹੈ, ਤਾਂ ਕੀ ਆ ਜਾਏਗਾ? ਰਬੜ। ਰਬੜ ਬਿਜਲੀ ਦੀ ਕੁਚਾਲਕ ਹੈ। ਆਪਾਂ 21ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ ਧਿਆਨ ਨਾਲ। 21ਵਾਂ ਪ੍ਰਸ਼ਨ ਜੇ ਆਪਾਂ ਦੇਖੀਏ ਤਾਂ, ਸਾਇੰਸ ਅਧਿਆਪਕ ਨੇ ਵਿਦਿਆਰਥੀ ਨੂੰ ਦੱਸਿਆ ਕਿ ਲੋਹੇ ਤੇ ਜ਼ਿੰਕ ਦੀ ਪਰਤ ਚੜਾਉਣ ਦੀ ਵਿਧੀ। ਮੈਂ ਤੁਹਾਨੂੰ ਪ੍ਰੈਕਟਿਸ ਟੈਸਟ ਸੀਰੀਜ਼ 1 ਦੇ ਵਿੱਚ ਵੀ ਦੱਸਿਆ ਸੀ ਵੀ ਲੋਹੇ ਤੇ ਜਦੋਂ ਜ਼ਿੰਕ ਚੜਾਇਆ ਜਾਂਦਾ ਹੈ ਤਾਂ ਇਸ ਨੂੰ ਕਹਿੰਦੇ ਆ ਗਲਵੈਨੀਕਰਨ। ਤਾਂ ਇਹਦਾ ਆਨਸਰ ਆ ਜਾਏਗਾ ਗਲਵੈਨੀਕਰਨ। 22ਵਾਂ ਪ੍ਰਸ਼ਨ, ਬੇਅੰਤ ਜਾਣਨਾ ਚਾਹੁੰਦਾ ਹੈ ਕਿ ਭੂਚਾਲ ਨੂੰ ਜਿਸ ਪੈਮਾਨੇ ਉੱਤੇ ਮਾਪਿਆ ਜਾਂਦਾ ਹੈ ਉਹ ਪੈਮਾਨਾ ਕਿਹੜਾ ਹੁੰਦਾ ਹੈ? ਭੂਚਾਲ ਮਾਪਿਆ ਜਾਂਦਾ ਬੇਟਾ ਰਿਕਟਰ ਸਕੇਲ। ਕਿਹੜਾ ਆ ਜਾਏਗਾ ਆਨਸਰ ਇਹਦਾ?
ਰਿਕਟਰ ਸਕੇਲ। ਅਸੀਂ 23ਵਾਂ ਪ੍ਰਸ਼ਨ ਦੇਖਦੇ ਹਾਂ ਜੀ। ਪਿਛਲਾ ਦ੍ਰਿਸ਼ ਦੇਖਣ ਲਈ ਕਿਸ ਤਰ੍ਹਾਂ ਦਾ ਦਰਪਣ ਵਰਤਿਆ ਜਾਂਦਾ ਹੈ? ਦੇਖੋ ਕਾਰ ਦੇ ਵਿੱਚ ਜਿੱਥੇ ਡਰਾਈਵਰ ਕਾਰ ਚਲਾ ਰਿਹਾ ਉਹਦੇ ਸਾਈਡ ਦੇ ਮਤਲਬ ਕਿ ਜਿਹੜੀ ਵਿੰਡੋ ਹੈ ਉਹਦੇ ਬਾਹਰ ਇੱਕ ਸ਼ੀਸ਼ਾ ਹੁੰਦਾ ਹੈ ਜਿਹਨੂੰ ਅਸੀਂ ਸਾਈਡ ਦਰਪਣ ਕਹਿ ਦਿੰਦੇ ਆ, ਜਿਹਦੇ ਵਿੱਚ ਉਹ ਪਿੱਛੇ ਤੋਂ ਆ ਰਹੀਆਂ ਸਾਰੀਆਂ ਵਸਤੂਆਂ ਨੂੰ ਦੇਖਦਾ ਹੈ। ਜਾਂ ਅਸੀਂ ਮੋਟਰਸਾਈਕਲ ਦੇ ਵੀ ਨਾਲ ਸਾਡੇ ਕੋਲ ਇੱਕ ਦਰਪਣ ਹੁੰਦਾ ਹੈ, ਠੀਕ ਹੈ ਨਾ, ਤਾਂ ਉਹ ਦਰਪਣ ਦੇ ਵਿੱਚ ਦੇਖਦਾ ਹੈ ਪਿੱਛੋਂ ਜਿਹੜੀਆਂ ਆਪਣੇ ਕੋਲ ਮਤਲਬ ਕਿ ਵਸਤੂਆਂ ਆ ਰਹੀਆਂ ਹੁੰਦੀਆਂ, ਪਿੱਛੇ ਦ੍ਰਿਸ਼ ਕੀ ਹੈ। ਤਾਂ ਉਹਦੇ ਲਈ ਕਿਹੜਾ ਦਰਪਣ ਵਰਤਿਆ ਜਾਂਦਾ ਹੈ? ਉੱਤਲ ਦਰਪਣ। ਬੇਟਾ ਯਾਦ ਰੱਖਣਾ ਹੈ, ਉੱਤਲ ਦਰਪਣ ਡਰਾਈਵਰ ਦਰਪਣ ਦੇ ਤੌਰ ਤੇ ਵਰਤਿਆ ਜਾਂਦਾ ਹੈ, ਸਾਈਡ ਦਰਪਣ ਦੇ ਤੌਰ ਤੇ ਵਰਤਿਆ ਜਾਂਦਾ ਹੈ। ਅਸੀਂ 24ਵਾਂ ਪ੍ਰਸ਼ਨ ਦੇਖਦੇ ਹਾਂ ਜੀ, ਧਿਆਨ ਦੇ ਨਾਲ। ਰਮੇਸ਼ ਦੇ ਮਾਮਾ ਜੀ ਜਨਮ ਤੋਂ ਹੀ ਅੰਨੇ ਹਨ। ਰਮੇਸ਼ ਨੇ ਆਪਣੇ ਮਾਮਾ ਜੀ ਕੋਲ ਇੱਕ ਅਜਿਹੀ ਕਿਤਾਬ ਦੇਖੀ ਜਿਸ ਵਿੱਚ ਉਭਰੇ ਹੋਏ ਕੁਝ ਬਿੰਦੂ ਸਨ ਅਤੇ ਉਸਦੇ ਮਾਮਾ ਜੀ ਇਹਨਾਂ ਨੂੰ ਆਪਣੀ ਉਂਗਲਾਂ ਨਾਲ ਛੂ ਕੇ ਕਿਤਾਬ ਨੂੰ ਪੜ੍ਹ ਰਹੇ ਸਨ। ਰਮੇਸ਼ ਜਾਣਨਾ ਚਾਹੁੰਦਾ ਸੀ ਕਿ ਇਹ ਕਿਤਾਬਾਂ ਕਿਸ ਲਿਖਤੀ ਵਿੱਚ ਛਪੀਆਂ ਹਨ। ਆਪਾਂ ਨੂੰ ਪਤਾ ਹੀ ਹੈ ਬੇਟਾ, ਜਿਹੜੇ ਮਤਲਬ ਕਿ ਵਿਅਕਤੀ ਕੋਈ ਬਲਾਈਂਡ ਹੁੰਦੇ ਨੇ ਉਹਨਾਂ ਮਤਲਬ ਕਿ ਉਹਨਾਂ ਕੋਲ ਤੁਸੀਂ ਦੇਖਿਆ ਹੋਊਗਾ ਕਿਤਾਬ ਵਗੈਰਾ ਜਿਹਦੇ ਵਿੱਚ ਕੁਝ ਅੱਖਰ ਉਭਰੇ ਹੁੰਦੇ ਨੇ, ਉਹ ਬ੍ਰੇਲ ਲਿਪੀ ਹੁੰਦੀ ਹੈ। ਕਿਹੜੀ ਲਿਪੀ ਹੁੰਦੀ ਹੈ? ਬ੍ਰੇਲ ਲਿਪੀ। ਤਾਂ ਆਪਾਂ 25ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ। 25ਵਾਂ ਪ੍ਰਸ਼ਨ ਆਪਾਂ ਦੇਖਦੇ ਹਾਂ, 1 ਮਿੰਟ। ਸੰਦੀਪ ਦੇ ਅਧਿਆਪਕ ਨੇ ਉਸ ਨੂੰ ਦੱਸਿਆ ਕਿ ਆਕਾਸ਼ ਵਿੱਚ ਇੱਕ ਅਜਿਹਾ ਤਾਰਾ ਹੈ ਜਿਹੜਾ ਆਕਾਸ਼ ਵਿੱਚ ਜਿਹਦੀ ਸਥਿਤੀ ਇੱਕੋ ਜਿਹੀ ਜਾਪਦੀ ਹੈ। ਉਹ ਕਿਹੜਾ ਤਾਰਾ ਹੁੰਦਾ ਬੇਟਾ? ਧਰੁਵ ਤਾਰਾ। ਅਸਲ 'ਚ ਤਾਂ ਹੁੰਦਾ ਹੈ ਕਿਉਂਕਿ ਧਰੁਵ ਤਾਰਾ ਜਿਹੜਾ ਹੈ ਨਾ ਉਹ ਧਰਤੀ ਦੇ ਧੁਰੇ ਤੇ ਸਥਿਤ ਹੁੰਦਾ ਹੈ। ਹੁਣ ਧਰਤੀ ਦੇ ਧੁਰੇ ਤੇ ਸਥਿਤ ਹੋਣ ਕਾਰਨ ਉਹ ਲੱਗਦਾ ਹੀ ਨਹੀਂ ਵੀ ਉਹਦੀ ਗਤੀ ਹੋ ਰਹੀ ਹੈ, ਤਾਂ ਉਹ ਆਕਾਸ਼ ਵਿੱਚ ਉਹਦੀ ਜਿਹੜੀ ਸਥਿਤੀ ਹੈ ਉਹ ਸਥਿਰ ਜਾਪਦੀ ਹੈ, ਵੀ ਸਥਿਰ ਰਹਿੰਦਾ ਹੈ। ਇਹਦਾ ਆਨਸਰ ਆਏਗਾ ਧਰੁਵ ਤਾਰਾ। ਆਪਾਂ 26ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ। ਜੈ ਨੇ ਦੇਖਿਆ ਕਿ ਸੂਰਜੀ ਪਰਿਵਾਰ ਵਿੱਚ ਇੱਕ ਗ੍ਰਹਿ ਛੱਲਿਆਂ ਕਾਰਨ ਅਲੱਗ ਦਿਖਦਾ ਹੈ। ਉਹਦੇ ਆਲੇ ਦੁਆਲੇ ਸਾਨੂੰ ਛੱਲਾ ਜਿਹਾ ਦਿਖਾਈ ਦਿੰਦਾ ਹੈ, ਛੱਲੇ ਦਿਖਾਈ ਦਿੰਦੇ ਆ। ਉਹ ਗ੍ਰਹਿ ਦਾ ਕੀ ਨਾਮ ਹੈ? ਸ਼ਨੀ। ਉਹ ਗ੍ਰਹਿ ਦਾ ਕੀ ਨਾਮ ਹੈ ਬੇਟਾ? ਸ਼ਨੀ ਗ੍ਰਹਿ, ਜਿਹਦੇ ਆਲੇ ਦੁਆਲੇ ਛੱਲੇ ਦਿਖਾਈ ਦਿੰਦੇ ਆ। ਅਸੀਂ 27ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ। 27ਵਾਂ, ਗੰਗਾ ਕਾਰਜ ਪਰਿਯੋਜਨਾ ਕਿਹੜੇ ਸਾਲ ਸ਼ੁਰੂ ਕੀਤੀ ਗਈ? ਦੇਖੋ ਗੰਗਾ ਕਾਰਜ ਪਰਿਯੋਜਨਾ, ਗੰਗਾ ਦੇ ਵਿੱਚ ਪ੍ਰਦੂਸ਼ਣ ਵੱਧ ਰਿਹਾ ਸੀ ਤਾਂ ਉਹਨੂੰ ਰੋਕਣ ਦੇ ਲਈ, ਉਹਨੂੰ ਮਤਲਬ ਕਿ ਰੋਕਣ ਦੇ ਲਈ ਇੱਕ ਪ੍ਰੋਜੈਕਟ ਚਲਾਇਆ ਗਿਆ, ਪਰਿਯੋਜਨਾ ਚਲਾਈ ਗਈ। ਇਹ ਸ਼ੁਰੂ ਹੋਈ ਸੀ ਬੇਟਾ 1985 ਦੇ ਵਿੱਚ। ਤਾਂ ਆਪਾਂ 28ਵਾਂ ਪ੍ਰਸ਼ਨ ਦੇਖਦੇ ਹਾਂ ਬੇਟਾ। ਡੈਸ਼ ਇੱਕ ਸਾਫ਼ ਸੁਥਰਾ ਬਾਲਣ ਹੈ। ਕਿਹੜਾ ਬਾਲਣ ਸਾਫ਼ ਸੁਥਰਾ ਹੈਗਾ? ਪੈਟਰੋਲ, CNG, ਡੀਜ਼ਲ। ਜਿਹੜਾ ਪ੍ਰਦੂਸ਼ਣ ਵਗੈਰਾ ਨਾ ਕਰਦਾ ਹੋਵੇ ਤਾਂ CNG। CNG ਆਪਣੇ ਕੋਲ ਜਿਹੜਾ ਹੈ ਇਹ ਸਾਫ਼ ਸੁਥਰਾ ਬਾਲਣ ਹੈ, ਪ੍ਰਦੂਸ਼ਣ ਨਹੀਂ ਕਰਦਾ, ਬਹੁਤ ਘੱਟ ਕਰਦਾ ਹੈ, ਠੀਕ ਹੈ। ਤੇ CNG ਦਾ ਪੂਰਾ ਨਾਮ ਹੈ ਇੰਗਲਿਸ਼ ਦੇ ਵਿੱਚ ਕੰਪਰੈਸਡ ਨੈਚੁਰਲ ਗੈਸ, ਤੇ ਇਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਕੁਦਰਤੀ ਨਪੀੜਤ ਗੈਸ। ਆਪਾਂ 19ਵਾਂ ਪ੍ਰਸ਼ਨ ਦੇਖਦੇ ਹਾਂ ਬੱਚੇ। ਇੱਕ ਪੈਂਡੂਲਮ 4 ਸਕਿੰਟਾਂ ਵਿੱਚ 40 ਵਾਰ ਡੋਲਨ ਕਰਦਾ ਹੈ। 4 ਸਕਿੰਟਾਂ ਵਿੱਚ ਕਿੰਨੇ ਵਾਰ ਡੋਲਨ ਕਰਦਾ ਹੈ? 40 ਵਾਰ। ਅਸੀਂ ਉਹਦੀ ਆਵਰਤੀ ਪਤਾ ਕਰਨੀ ਹੈ। ਕੀ ਪਤਾ ਕਰਨੀ ਹੈ? ਆਵਰਤੀ। ਤਾਂ ਤੁਸੀਂ ਕੀ ਕਰੋ, 1 ਸੈਕਿੰਡ ਵਿੱਚ ਡੋਲਨ ਕੱਢੋ। 4 ਸੈਕਿੰਡ 'ਚ 40, ਤਾਂ 1 ਸੈਕਿੰਡ 'ਚ 40/4 ਕੱਟ ਕੇ ਆ ਗਿਆ 10 ਡੋਲਨ। 1 ਸੈਕਿੰਡ ਵਿੱਚ ਜੋ ਡੋਲਨਾਂ ਦੀ ਗਿਣਤੀ ਹੁੰਦੀ ਹੈ ਉਹੀ ਆਵਰਤੀ ਹੁੰਦੀ ਹੈ। ਤਾਂ ਇਹਦਾ ਆਨਸਰ ਆ ਜਾਏਗਾ 10 ਹਰਟਜ਼, 10 ਹਰਟਜ਼। ਜਿਹੜੀ ਆਵਰਤੀ ਦੀ ਇਕਾਈ ਹੁੰਦੀ ਹੈ ਉਹ ਹਰਟਜ਼ ਹੁੰਦੀ ਹੈ, ਜਿਹੜਾ ਪਿੱਛੇ HZ ਲਿਖਿਆ ਹੋਇਆ ਹੈ। ਤਾਂ ਆਪਣੇ ਕੋਲ ਆਵਰਤੀ ਆ ਜਾਏਗੀ ਇੱਥੇ ਇਸ ਸਵਾਲ ਦੇ ਵਿੱਚ 10 ਹਰਟਜ਼। ਆਪਾਂ 30ਵਾਂ ਪ੍ਰਸ਼ਨ ਦੇਖਦੇ ਹਾਂ ਜੀ। 30ਵਾਂ ਪ੍ਰਸ਼ਨ ਦੇਖਦੇ ਹਾਂ ਆਪਾਂ। ਤਾਪਮਾਨ ਵਿੱਚ ਵਾਧੇ ਦੇ ਨਾਲ ਆਵਾਜ਼ ਦੀ ਗਤੀ ਕੀ ਹੋ ਜਾਂਦੀ ਹੈ? ਦੇਖੋ ਹੁਣ ਜਦੋਂ ਤਾਪਮਾਨ ਵਧੇਗਾ ਤਾਂ ਕੰਪਨ ਵਧੇਗਾ, ਕੰਪਨ ਵਧੇਗਾ ਤਾਂ ਆਵਾਜ਼ ਜਿਹੜੀ ਹੈ ਆਪਣੇ ਕੋਲ ਉਹਦੀ ਆਵਰਤੀ ਵਧੇਗੀ ਤੇ ਉਹਦੀ ਗਤੀ ਵੀ ਵਧੇਗੀ, ਤੇ ਇਹਦਾ ਆਨਸਰ ਆਏਗਾ ਵੱਧ ਹੋ ਜਾਂਦੀ ਹੈ। ਤਾਂ ਇਹ ਸੀ ਬੇਟਾ ਪ੍ਰੈਕਟਿਸ ਟੈਸਟ ਸੀਰੀਜ਼ 2 ਦੇ 30 ਕੁਐਸਚਨਸ। ਉਮੀਦ ਹੈ ਤੁਹਾਨੂੰ ਸਾਰੇ ਕੁਐਸਚਨ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ ਬੱਚੇ।